उधर लोक सभा ਦੇ ਵਿੱਚ ਮੁੱਦਾ ਚੁੱਕਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੀਟੀਸੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦਿਆਂ ਹੋਇਆਂ ਸਵਾਲ ਚੁੱਕਿਆ ਕਿ ਕੇਂਦਰ ਨੇ 3 ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਵਾਅਦਾ ਕਿਉਂ ਅਜੇ ਤੱਕ ਨਿਭਾਇਆ ਨਹੀਂ ਹੈ। ਨਾਲ ਹੀ ਉਹਨਾਂ ਅੱਜ ਸੰਸਦ ਵਿੱਚ ਉਹਨਾਂ ਕਾਂਗਰਸੀ ਸਾਂਸਦਾਂ ਦੇ ਵੱਲੋਂ ਉਹਨਾਂ ਦੇ ਵਿਰੋਧ ਕੀਤੇ ਜਾਣ ਉੱਤੇ ਵੀ ਸਵਾਲ ਚੁੱਕੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਸੀ, ਜਿਸ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਜਿਹੜਾ ਹੈ ਉਹ ਫਰਮਾਨ ਸੁਣਾਇਆ ਗਿਆ ਸੀ। ਔਰ ਉਸ ਤੋਂ ਬਾਅਦ ਇਸ ਵੇਲੇ ਸਾਲ 2022 ਚੱਲ ਰਿਹਾ, ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਕਈ ਬੰਦੀ ਸਿੱਖਾਂ ਦੀ ਰਿਹਾਈ ਜਿਹੜੀ ਹੈ ਨਹੀਂ ਹੋ ਸਕੀ। ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਅੱਜ ਸੰਸਦ ਦੇ ਵਿੱਚ ਆਵਾਜ਼ ਚੱਕੀ ਹੈ। ਮੈਮ, ਅੱਜ ਤੁਸੀਂ ਆਵਾਜ਼ ਚੱਕੀ ਹੈ ਸੰਸਦ ਦੇ ਵਿੱਚ, ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਕਰ ਲਈਏ, ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰ ਲਈਏ ਜਾਂ ਹੋਰ ਸਿੱਖਾਂ ਦੀ ਗੱਲ ਕਰ ਲਈਏ, ਉਹਨਾਂ ਦੀ ਰਿਹਾਈ ਸੰਭਵ ਨਹੀਂ ਹੋ ਪਾਈ। ਦੇਖੋ ਜੀ, ਹਰ ਇਨਸਾਨ ਦੀ ਧਾਰਮਿਕ ਸਥਾਨ ਹੋਏ ਜਾਂ ਧਰਮ ਦੀ ਜਿੱਥੇ ਗੱਲ ਆਉਂਦੀ ਹੈ ਤਾਂ ਫਿਰ ਇੰਨੀ ਸਾਰੀ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਕਿ ਉਹ ਲੌਜਿਕ ਦੇ ਵਿੱਚ ਨਹੀਂ ਉਹਨਾਂ ਨੂੰ ਐਕਸਪਲੇਨ ਕੀਤਾ ਜਾ ਸਕਦਾ। ਤੇ ਜਦ ਕਿਸੇ ਧਾਰਮਿਕ ਸਥਾਨ ਨੂੰ ਜਾਂ ਧਰਮ ਨੂੰ ਜਦ ਠੇਸ ਪਹੁੰਚਾਈ ਜਾਂਦੀ ਹੈ, ਫਿਰ ਉਹ ਭਾਵਨਾਵਾਂ ਇਸ ਤਰ੍ਹਾਂ ਭੜਕ ਜਾਂਦੀਆਂ ਨੇ ਕਿ ਇਨਸਾਨ ਦੇ ਖੁਦ ਦੇ ਕਾਬੂ 'ਚ ਵੀ ਨਹੀਂ ਰਹਿੰਦੀਆਂ। ਹੁਣ 84 'ਚ ਜਿਸ ਤਰ੍ਹਾਂ ਕਾਂਗਰਸ ਨੇ ਤੇ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ, ਅਕਾਲ ਤਖਤ ਸਾਹਿਬ 'ਚ ਹਮਲੇ ਕਰਾਏ, ਇਹ ਸਿੱਖ ਅਗਲੇ 200 ਸਾਲਾਂ ਤਾਈਂ ਕੋਈ ਨਹੀਂ ਭੁੱਲਣ ਵਾਲਾ ਹੈਗਾ। ਤੇ ਉਸ ਸਮੇਂ ਜਿਹੜੀ ਠੇਸ ਪਹੁੰਚੀ, ਜਿਹਦੇ ਕਰਕੇ ਕਈ ਸਾਡੇ ਨੌਜਵਾਨਾਂ ਨੇ ਕੋਈ ਇਹੋ ਜਿਹੇ ਕਦਮ ਚੱਕ ਲਏ ਜਿਹਦੇ ਕਰਕੇ ਉਹਨਾਂ ਨੂੰ ਕੈਦ ਹੋਈ। ਲੇਕਿਨ ਕੈਦ ਪੂਰੀ ਕਰਨ ਦੇ ਬਾਵਜੂਦ, ਦੁਗਣੀ ਕੈਦ ਪੂਰੀ ਕਰਨ ਦੇ ਬਾਵਜੂਦ, 25 27 30 ਸਾਲ ਕਾਲ ਕੋਠਰੀ 'ਚ ਬੰਦ ਹੋਣ ਦੇ ਬਾਵਜੂਦ ਅਜੇ ਵੀ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਗਈ ਹੈ। ਮਤਲਬ ਇਹ ਬੰਦੀ ਸਿੱਖ ਨਜ਼ਰਬੰਦ ਕਿੰਨੇ ਸਾਰੇ ਇਹੋ ਜਿਹੇ ਸਾਡੇ ਪਏ ਹੋਏ ਨੇ। ਤੇ ਵੱਡੀ ਗੱਲ ਕਿ ਜਦ ਗੁਰੂ ਸਾਹਿਬ ਦੇ 550 ਸਾਲਾਂ 2019 'ਚ ਸੀਗਾ ਤੇ ਕੇਂਦਰ ਦੀ ਸਰਕਾਰ ਨੇ 8 ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਰਾਜੋਆਣਾ ਜੀ ਉਹਨਾਂ ਦੀ ਫਾਂਸੀ ਨੂੰ ਜੇਲ੍ਹ ਟਰਮ 'ਚ ਉਹਨਾਂ ਨੇ ਇਹ 550 ਸਾਲਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਇਹ ਫੈਸਲਾ ਐਲਾਨ ਕੀਤਾ ਸੀਗਾ। ਇਹਨੂੰ ਵੀ ਹੁਣ 3.5 ਸਾਲ ਹੋ ਗਏ। 2012 ਤੋਂ ਲਗਾਤਾਰ SGPC ਭਾਈ ਰਾਜੋਆਣਾ ਦੀ ਅਪੀਲ ਸੁਪਰੀਮ ਕੋਰਟ 'ਚ ਪਾਈ ਹੋਈ ਹੈ ਕਿ ਇਹਨਾਂ ਨੇ 2012 'ਚ ਕਿਹਾ ਸੀ ਕਿ 17 ਸਾਲ ਪੂਰੇ ਹੋ ਗਏ ਤੇ ਤੁਸੀਂ ਇਹਨਾਂ ਦੀ ਫਾਂਸੀ ਨੂੰ ਉਮਰ ਕੈਦ 'ਚ ਕਰੋ। ਲੇਕਿਨ 10 ਸਾਲ ਉਹਦੀ ਵੀ ਸੁਣਵਾਈ ਨਹੀਂ ਹੋਈ। ਹੁਣ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤਾ ਹੈਗਾ ਕਿ ਤੁਸੀਂ 31 ਅਪ੍ਰੈਲ ਤਾਈਂ ਆਪਣਾ ਫੈਸਲਾ ਸੁਣਾਓ। ਤੇ ਫੈਸਲਾ ਤਾਂ ਇਹ ਆਲਰੇਡੀ 3 ਸਾਲ ਪਹਿਲੇ ਸੁਣਾ ਚੁੱਕੇ ਨੇ ਤੇ ਕਿਉਂ ਸੁਪਰੀਮ ਕੋਰਟ 'ਚ ਨਹੀਂ ਦੱਸਦੇ ਕਿ ਉਹਨਾਂ ਨੇ ਫੈਸਲਾ ਕੀ ਸੁਣਾਇਆ ਹੈ? ਕਿ ਇਹ ਵੀ ਇੱਕ ਰੱਬ ਦੇ ਨਾਂ 'ਚ ਇੱਕ ਜੁਮਲਾ, ਸਾਡੇ ਦੇਸ਼ 'ਚ ਤਾਂ ਰੱਬ ਦਾ ਨਾਂ ਲੈ ਕੇ ਕੋਈ ਝੂਠ ਮਾਰਦੇ ਉਹ ਸਭ ਤੋਂ ਵੱਡਾ ਗੁਨਾਹ ਸਮਝਿਆ ਜਾਂਦਾ ਹੈ। ਤੇ ਇਹ ਤਾਂ ਗੁਰਪੁਰਬ ਦੇ ਦਿਨ ਜਗਤ ਗੁਰੂ ਨਾਨਕ ਦੇਵ ਜੀ ਜਿਹੜੇ ਸਰਬੱਤ ਦੇ ਭਲੇ ਦੀ ਅਰਦਾਸ 500 ਸਾਲਾਂ ਤੋਂ 550 ਸਾਲਾਂ ਤੋਂ ਚਲੀ ਜਾ ਰਹੀ ਹੈ, ਉਹਨਾਂ ਦੇ ਜਨਮ ਦਿਹਾੜੇ 'ਚ ਤੁਸੀਂ ਵਾਅਦਾ ਕੌਮ ਦੇ ਨਾਲ ਕੀਤਾ ਸੀ ਤੇ ਉਹ ਤੁਸੀਂ ਪੂਰਾ ਨਹੀਂ ਕਰੋਗੇ। ਸੋ ਇਹ ਗੱਲਾਂ ਮੈਂ ਜਿਸ ਕਰਕੇ ਚੱਕੀਆਂ ਕਿ 31 ਤਰੀਕ ਨੂੰ ਤੁਸੀਂ ਫੈਸਲਾ ਸੁਣਾਉਣਾ ਹੈ। ਤੁਸੀਂ 3.5 ਸਾਲ ਲਟਕਾ ਕੇ ਰੱਖਿਆ, 27 ਸਾਲ ਲਟਕਾ ਕੇ ਰੱਖਿਆ ਹੈ। ਹੁਣ ਤੁਸੀਂ ਫੈਸਲਾ ਦੇ ਕੇ ਪ੍ਰੈਜ਼ੀਡੈਂਟ ਨੂੰ ਉਹਨਾਂ ਦੀ ਰਿਹਾਈ ਵਾਸਤੇ ਤੁਸੀਂ ਭੇਜੋ। ਤੇ ਦੂਜੀ ਗੱਲ, ਜਿੱਥੇ ਪ੍ਰੋਫੈਸਰ ਭੁੱਲਰ ਸਾਹਿਬ ਹੈ, ਜਿਹੜਾ ਕੇਜਰੀਵਾਲ ਪੰਜਾਬ 'ਚ ਆ ਕੇ ਵੱਡੀ ਗੱਲਾਂ ਪੰਜਾਬੀਆਂ ਤੇ ਸਿੱਖਾਂ ਦੇ ਬਾਰੇ ਕਰ ਗਏ ਤੇ 3 ਵਾਰੀ ਜਿਹੜਾ ਉਹਨਾਂ ਦੇ ਸੈਂਟੈਂਸ ਰਿਵਿਊ ਬੋਰਡ ਹੈ ਇਹਨਾਂ ਦਾ ਸਤਿੰਦਰ ਜੈਨ ਜਿਹੜਾ ਮੰਤਰੀ ਹੈ, ਹਰ ਵਾਰੀ ਪ੍ਰੋਫੈਸਰ ਭੁੱਲਰ ਦੀ ਫਾਈਲ ਜੋ ਉਹਨਾਂ ਦੀ ਰਿਹਾਈ ਦੀ ਜਿਹੜੀ ਕੇਂਦਰ ਨੇ ਇਹਦੇ ਵਿੱਚ ਉਹ ਪ੍ਰੋਫੈਸਰ ਭੁੱਲਰ ਦਾ ਵੀ ਨਾਂ ਹੈਗਾ। ਕੇਂਦਰ ਨੇ ਜਦੋਂ ਉਹਨੇ ਰਿਹਾਈ ਦੇ ਆਦੇਸ਼ ਦਿੱਤੇ ਨੇ ਤੇ ਕੇਜਰੀਵਾਲ 3 ਵਾਰੀ ਉਹ ਰੋਕ ਕਿਉਂ ਲਗਾ ਰਿਹਾ ਹੈਗਾ? ਕਿਉਂ ਭਗਵੰਤ ਮਾਨ ਜਵਾਬ ਨਹੀਂ ਦਿੰਦਾ? ਮੈਂ ਤਾਂ ਇਹ ਚੀਜ਼ ਮੈਂ ਉਠਾਉਣਾ ਚਾਹੁੰਦੀ ਸੀ ਪਿਛਲੇ ਹਫਤੇ ਕਿ ਤੁਸੀਂ ਇਜਲਾਸ ਜਿਹੜਾ ਬੁਲਾਇਆ ਹੈਗਾ, ਜਦ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦਾ ਮੁੱਦਾ ਚੱਕਿਆ ਤੇ ਫਿਰ ਉਸ ਇਜਲਾਸ 'ਚ ਇਹ ਵੀ ਕਿਉਂ ਨਹੀਂ ਕਿਹਾ ਗਿਆ ਸਰਕਾਰ ਨੂੰ ਆਦੇਸ਼ ਦਿੱਤਾ ਜਾਏ? ਉਸ ਇਜਲਾਸ 'ਚ ਆ ਵੀ ਸੈਸ਼ਨ ਬੁਲਾਇਆ ਸੀ, ਉਹ ਵੀ ਕਹਿਣਾ ਸੀ ਨਾ ਕਿ ਦਿੱਲੀ ਸਰਕਾਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰੇ, ਆਪਣੀ ਮਨਜ਼ੂਰੀ ਦੇ। ਲੇਕਿਨ ਹਾਂ, ਉਹ ਜਿਹੜਾ ਸਿਆਸਤ ਖੇਡਣ ਵਾਸਤੇ ਉਹਨਾਂ ਨੇ ਨਾ ਤੇ ਅਦਾਲਤ 'ਚ ਕੀ ਕਰਨਗੇ ਨਾ ਉਹ ਕਿਹਾ ਤੇ ਨਾ ਇਹਦੇ ਬਾਰੇ ਚੁੱਪੀ ਸਾਦੀ ਬੈਠੇ ਨੇ। ਸੋ ਮੇਰੀ ਮੰਗ ਆਹੀ ਸੀ ਕਿ ਇਹਨਾਂ ਦੀ ਤਰ੍ਹਾਂ ਭਾਈ ਗੁਰਦੀਪ ਸਿੰਘ ਜਿਹੜੇ 30 ਸਾਲ ਤੋਂ ਨਜ਼ਰਬੰਦ ਨੇ, ਭਾਈ ਲਖਵਿੰਦਰ ਸਿੰਘ ਹੋਣ, ਭਾਈ ਗੁਰਮੀਤ ਸਿੰਘ ਹੋਣ, ਕਿੰਨੇ ਭਾਈ ਸ਼ਮਸ਼ੇਰ ਸਿੰਘ, ਸਾਰੇ ਸਾਡੇ ਬੰਦੀ ਸੀ ਕਿ ਇਹ ਮਾਈਨੋਰਿਟੀ ਕਮਿਊਨਿਟੀ ਹੈ। ਇਸ ਕਰਕੇ ਇਹਨਾਂ ਜਦੋਂ ਕਿ ਕਨਸਟੀਟਿਊਸ਼ਨ ਦੀ ਆਰਟੀਕਲ 21 ਸਾਨੂੰ ਫੰਡਾਮੈਂਟਲ ਰਾਈਟ ਟੂ ਲਾਈਫ ਦਿੰਦੀ ਹੈ, ਇਹ ਸਾਡਾ ਹੱਕ ਹੈਗਾ। ਤੇ ਕੀ ਇਹਨਾਂ ਦੇ ਹੱਕ ਮਰ ਗਏ ਨੇ ਸਾਰੇ? ਇਹਨਾਂ ਦੇ ਕੋਈ ਹੱਕ ਨਹੀਂ ਹੈਗੇ। ਇਹ ਸਰਕਾਰਾਂ ਬਦਲਦੀਆਂ ਰਹਿਣਗੀਆਂ ਲੇਕਿਨ ਸਾਡੇ ਸਿੱਖਾਂ ਦੇ ਹੱਕ ਦੀ ਕੋਈ ਰਾਖੀ ਨਹੀਂ ਕਰੂਗਾ।
ਮੈਮ ਇੱਕ ਚੀਜ਼ ਬੜੀ ਅਹਿਮ ਹੈ, ਤੁਸੀਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਕੀਤੀ। ਪੰਜਾਬ 'ਚ ਚੋਣਾਂ ਤੋਂ ਪਹਿਲਾਂ ਜਿਹੜਾ ਹੈ ਦਿੱਲੀ ਸੈਂਟੈਂਸ ਰਿਵਿਊ ਬੋਰਡ ਹੈ ਜਿਹੜਾ, ਉਹਨੇ ਰੋਕ ਲਗਾ ਦਿੱਤੀ ਸੀ ਰਿਹਾਈ ਦੇ ਉੱਤੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ, ਕੇਜਰੀਵਾਲ ਦਾ, ਭਗਵੰਤ ਮਾਨ ਦਾ ਥਾਂ ਥਾਂ ਤੇ ਵਿਰੋਧ ਹੋਇਆ, ਜਿਸ ਤੋਂ ਬਾਅਦ ਇੱਕ ਸਟੇਟਮੈਂਟ ਪ੍ਰੈਸ ਦੇ ਵਿੱਚ ਜਾਰੀ ਕੀਤੀ ਅਰਵਿੰਦ ਕੇਜਰੀਵਾਲ ਨੇ ਕਿ ਇਸ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾਏਗਾ। ਉਸ ਤੋਂ ਬਾਅਦ 2 ਬੈਠਕਾਂ ਜਿਹੜੀਆਂ ਨੇ ਸੈਂਟੈਂਸ ਰਿਵਿਊ ਬੋਰਡ ਦੀਆਂ ਹੋ ਚੁੱਕੀਆਂ, ਪਰ ਫਿਰ ਵੀ ਇਸ ਨੂੰ ਟਾਲ ਦਿੱਤਾ ਜਾਂਦਾ। ਆਹੀ ਮੈਂ ਕਹਿੰਦੀ ਕਿ ਇਹ ਸਾਰੀ ਦਿੱਲੀ ਦੀ ਸਰਕਾਰਾਂ, ਇਹ ਐਂਟੀ ਸਿੱਖ ਤੇ ਐਂਟੀ ਪੰਜਾਬ ਇਹਨਾਂ ਦਾ ਚਿਹਰਾ ਦਿਖਦਾ ਹੈ। ਕਾਂਗਰਸ ਪਾਰਟੀ ਅੱਜ ਤੁਸੀਂ ਦੇਖੋ, ਮੈਂ ਆਪਣੇ ਬੰਦੀ ਸਿੱਖਾਂ ਦੇ ਹੱਕ ਦੀ ਗੱਲ ਕਰ ਰਹੀ ਹਾਂ ਤੇ ਬਿੱਟੂ ਤੇ ਔਜਲਾ ਉੱਥੇ ਮੇਰਾ ਵਿਰੋਧ ਕਰ ਰਹੇ ਨੇ, ਮੇਰੇ ਖਿਲਾਫ ਬੋਲ ਰਹੇ ਨੇ, ਨਾ ਕਿ ਮੇਰੇ ਨਾਲ ਖੜ ਕੇ। ਇਹ ਪੰਜਾਬ ਤੋਂ ਜਿੱਤ ਕੇ ਆਉਂਦੇ ਨੇ, ਇਹਨਾਂ ਨੂੰ ਤਾਂ ਜਵਾਬ ਦੇਣਾ ਚਾਹੀਦਾ ਹੈ ਸਿੱਖ ਪੰਥ ਨੂੰ ਕਿ ਇਸ ਮੇਰੇ ਸਾਡੇ ਨਾਲ ਖੜੇ ਨੇ। ਜਿਹੜੀ ਆਵਾਜ਼ ਮੈਂ ਬੁਲੰਦ ਕਰ ਰਹੀ ਸੀ ਆਪਣੇ, ਮੇਰੇ ਨਾਲ ਖੜੇ ਨੇ ਕਿ ਉੱਥੇ ਖੜ ਕੇ ਜਿਹੜਾ ਮੇਰਾ ਵਿਰੋਧ ਕਰੇ ਤਾਂ ਕਲੀਅਰ ਕਰਨ, ਕਿਉਂਕਿ ਪਾਰਲੀਮੈਂਟ 'ਚ ਤਾਂ ਮੇਰੇ ਖਿਲਾਫ ਰੌਲਾ ਪਾ ਰਹੇ ਸੀ। ਇਹ ਕਾਂਗਰਸੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਹ ਅਕਾਲ ਤਖਤ ਸਾਹਿਬ 'ਚ ਹਮਲੇ ਕਰੇ 84 'ਚ ਜੋ ਕੁਝ ਕੀਤਾ, ਉਹ ਸਭ ਸਿੱਖ ਜਾਣਦੇ ਨੇ। ਇਹ ਅਰਵਿੰਦ ਕੇਜਰੀਵਾਲ ਜਿਹੜਾ ਬਾਰ-ਬਾਰ ਪ੍ਰੋਫੈਸਰ ਪੁਰਲ ਜਿਨ੍ਹਾਂ ਦੇ ਇਹਨਾਂ ਮਾੜੀ ਹਾਲਾਤਾਂ 'ਚ ਰੱਖਿਆ 27 ਸਾਲ ਕਿ ਅੱਜ ਨਾ ਮਾਨਸਿਕ ਤੌਰ 'ਤੇ ਤੇ ਨਾ ਸਰੀਰਕ ਤੌਰ 'ਤੇ ਆਪਣੀ ਦੇਖਭਾਲ ਵੀ ਨਹੀਂ ਕਰ ਸਕਦੇ, ਤੇ ਸਜ਼ਾ ਪੂਰੀ ਕਰਨ ਦੇ ਬਾਵਜੂਦ ਤੁਸੀਂ ਇੱਕ ਸਾਈਨ ਕਰਨ ਨੂੰ ਨਹੀਂ ਰਾਜ਼ੀ ਹੋ। ਕਿਉਂ ਨਹੀਂ? ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਇੰਨਾ ਮਾਣ ਬਖਸ਼ਿਆ, ਸਿੱਖਾਂ ਨੇ ਇੰਨਾ ਮਾਣ ਬਖਸ਼ਿਆ, ਹੁਣ ਜਵਾਬ ਦੇ ਭਗਵੰਤ ਮਾਨ ਕਿ ਹੁਣ ਇੱਕ ਪਿੰਜਰੇ 'ਚ ਕੈਦ ਹੋ ਕੇ ਰਹਿ ਗਿਆ ਕਿ ਕੇਜਰੀਵਾਲ ਜਦ ਮੂੰਹ ਖੋਲਣ ਨੂੰ ਕਹੂਗਾ ਤਾਂ ਹੀ ਮੂੰਹ ਖੋਲ ਸਕਦਾ, ਨਹੀਂ ਤਾਂ ਕੇਜਰੀਵਾਲ ਦਾ ਬੰਦੀ ਬਣਿਆ ਹੋਇਆ ਹੈ। ਲੇਕਿਨ ਮੈਂ ਮੰਗ ਕਰਦੀ ਹਾਂ ਕਿ ਇਹਦਾ ਜਵਾਬ ਭਗਵੰਤ ਮਾਨ ਵੀ ਦੇਵੇ ਤੇ ਕੇਜਰੀਵਾਲ ਵੀ ਦੇਵੇ, ਤਾਂ ਇਮੀਡੀਏਟਲੀ ਉਹ ਰਿਵਿਊ ਬੋਰਡ 'ਚ ਉਹਨਾਂ ਦੀ ਰਿਹਾਈ ਦੇ ਆਦੇਸ਼ ਦੇਣ, ਨਹੀਂ ਤਾਂ ਇਹ ਐਂਟੀ ਸਿੱਖ ਨੇ, ਹੋਰ ਬਾਹਰ ਜਾ ਕੇ ਕੀ ਕਹਿਣਾ। ਤੇ ਦੂਜੀ ਗੱਲ, ਭਾਜਪਾ ਨੂੰ ਵੀ ਮੈਂ ਕਹਾਂਗੀ, 3.5 ਸਾਲ ਹੋ ਗਏ, ਹੁਣ ਤੁਸੀਂ ਕਿੰਨੇ ਆਪਣੇ ਵਾਅਦੇ 'ਚ ਰੱਬ ਦੇ ਨਾਂ 'ਚ ਵੀ ਤੁਸੀਂ ਸੱਚ ਨਿਕਲਦੇ ਹੋ ਕਿ ਝੂਠੇ ਨਿਕਲਦੇ ਹੋ। ਇਹ ਹੁਣ 30 ਤਰੀਕ ਅਪ੍ਰੈਲ ਨੂੰ ਪਤਾ ਲੱਗ ਜਾਊਗਾ ਕਿ ਸੁਪਰੀਮ ਕੋਰਟ ਨੂੰ ਤੁਸੀਂ ਫੇਰ ਟਾਮਾਟੋਲ ਕਰਦੇ ਹੋ ਜਾਂ ਫਿਰ ਜਿਹੜੀ ਤੁਸੀਂ ਫਾਂਸੀ ਦੀ ਸਜ਼ਾ ਤੋੜ ਕੇ ਉਮਰ ਕੈਦ ਕਰਤੀ ਹੈ ਉਹ ਤੁਸੀਂ ਮਨਜ਼ੂਰ ਕਰਕੇ ਪ੍ਰੈਜ਼ੀਡੈਂਟ ਨੂੰ ਭੇਜੋ ਤਾਂ ਕਿ ਉਹਨਾਂ ਦੀ ਉਮਰ ਕੈਦ 'ਚ ਹੋ ਕੇ ਉਹਨਾਂ ਦੀ ਰਿਹਾਈ ਹੋ ਸਕੇ। ਜਿਹੜੇ ਬੰਦੇ ਨੇ, ਭਾਈ ਰਾਜੂਆਨਾ ਜੀ ਨੇ 27 ਸਾਲ 1 ਘੰਟੇ ਦੀ ਪਰੋਲ ਉਹਨਾਂ ਨੂੰ ਹੁਣ ਫੈਬਰਵਰੀ 'ਚ ਮਿਲੇ ਆਪਦੇ ਪਿਤਾ ਜੀ ਦੇ ਭੋਗ 'ਚ ਜਾਣ ਵਾਸਤੇ। ਤੁਸੀਂ ਦੇਖੋ ਇਹ ਸਾਡੇ ਯੋਧਿਆਂ ਨੇ ਕੌਮ ਵਾਸਤੇ ਕਿੰਨੀ ਵੱਡੀ ਇੱਕ ਤਰ੍ਹਾਂ ਦੀ ਇਹ ਕੁਰਬਾਨੀ ਹੈਗੀਆਂ, ਸਾਰੀ ਉਮਰ ਲੰਘਾਤੀ 30 ਸਾਲ 27 ਸਾਲ। ਤੇ ਜੇ ਅਸੀਂ ਉਹਨਾਂ ਦੀ ਆਵਾਜ਼ ਨਹੀਂ ਚੱਕ ਸਕਦੇ, ਉਹਨਾਂ ਨਾਲ ਨਹੀਂ ਖੜ ਸਕਦੇ, ਤੇ ਕੀ ਅਸੀਂ ਕੋਈ ਕਾਂਗਰਸ ਦੇ ਐਮਪੀ, ਆਮ ਆਦਮੀ ਦੇ ਐਮਪੀ ਜਾਂ ਭਾਜਪਾ ਦੇ ਐਮਪੀ ਤੋਂ ਆਸ ਰੱਖਾਂਗੇ ਕਿ ਇਹ ਸਾਡੇ ਕੌਮ ਦੀ ਗੱਲ ਚੱਕਣਗੇ? ਸ਼੍ਰੋਮਣੀ ਅਕਾਲੀ ਦਲ ਮੈਮ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਇਸ ਕੇਸ ਦੇ ਬਾਬਤ, ਇਹਨਾਂ ਸਿੱਖਾਂ ਦੀ ਰਿਹਾਈ ਦੇ ਬਾਬਤ ਅੱਗੇ ਕਿਸ ਤਰ੍ਹਾਂ ਦਾ ਸੰਘਰਸ਼ ਰਹੇਗਾ ਜੇ 30 ਤਰੀਕ ਨੂੰ ਵੀ ਟਾਲ ਮਟੋਲ ਹੁੰਦੀ ਹੈ ਤਾਂ? ਦੇਖੋ, ਸਾਰੇ ਕੇਸਾਂ 'ਚ SGPC ਆਪਣੀ ਲੜਾਈ ਲੜ ਰਹੀ ਹੈਗੀ ਤੇ ਅਸੀਂ ਲੜਦੇ ਰਵਾਂਗੇ। ਸ਼੍ਰੋਮਣੀ ਅਕਾਲੀ ਦਲ ਜਿੱਥੇ ਹੋ ਸਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਇਹਨਾਂ ਦੀ ਹੱਕਾਂ ਦੀ ਰਾਖੀ ਵਾਸਤੇ, ਪੰਜਾਬ ਦੇ ਹੱਕ ਹੋਣ, ਉਹਦੇ ਵਾਸਤੇ ਵੀ ਸਭ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਚੰਡੀਗੜ੍ਹ ਦੀ ਗੱਲ ਕੀਤੀ। ਅੱਜ ਵੀ ਮੈਨੂੰ ਮੀਡੀਆ ਨੇ ਪੁੱਛਿਆ ਕਿ ਜੀ ਇਹ ਜਿਹੜਾ ਹਰਿਆਣੇ 'ਚ ਕਿਹਾ ਜਾ ਰਿਹਾ, ਮੈਂ ਕਿਹਾ ਹਰਿਆਣਾ ਸ਼ੁਕਰ ਕਰੇ ਸਾਡੀ ਜ਼ਮੀਨ ਤੋਂ ਤਾਂ ਹਰਿਆਣਾ ਬਣਿਆ ਹੈਗਾ ਤੇ ਰਾਜਧਾਨੀ ਵੀ ਸਾਡੀ ਜ਼ਮੀਨ ਤੋਂ ਬਣੀ ਸੀਗੀ, UT ਚੰਡੀਗੜ੍ਹ, ਪਾਣੀ ਵੀ ਸਾਡਾ ਹੀ ਸੀਗਾ, ਸਾਰਾ ਕੁਝ ਤਾਂ ਦੇਤਾ, ਹੁਣ ਕੀ ਮੰਗੀ ਜਾਂਦੇ ਨੇ? ਇਹ ਹੱਕਾਂ ਦੀ ਰਾਖੀ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਲੜਦੀ ਰਹੀ ਹੈ ਤਾਂ ਲੜਦੀ ਰਹੂਗੀ। ਕੋਈ ਸਾਡੇ ਰਾਜਧਾਨੀ 'ਚ, ਸਾਡੇ ਪਾਣੀ 'ਚ ਜਾਂ ਸਾਡੇ ਮਾਂ ਬੋਲੀ 'ਚ ਜਾਂ ਸਾਡੇ ਹੱਕਾਂ 'ਚ ਕੋਈ ਡਾਕਾ ਡਾਲਣ ਦੀ ਕੋਸ਼ਿਸ਼ ਕਰੇ, ਭਾਵੇਂ ਅਸੀਂ ਇੱਕ ਹੋਵੇ, ਭਾਵੇਂ ਅਸੀਂ 1.25 ਲੱਖ ਹੋਵੇ, ਗੁਰੂ ਦੀ ਫੌਜ ਦੀ ਤਰ੍ਹਾਂ ਆਪਾਂ ਅੱਗੇ ਹੋ ਕੇ ਲੜਾਂਗੇ। ਜਦੋਂ ਤਾਈਂ ਲੜਨ ਜੋਗੇ ਹੈਗੇ, ਲੜਦੇ ਰਵਾਂਗੇ। ਬਹੁਤ ਬਹੁਤ ਧੰਨਵਾਦ ਮੈਮ। ਸੋ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਜੀ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਲੜਾਈ ਲਈ ਵਚਨਬੱਧ ਹੈ, ਉੱਥੇ ਹੀ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਿਹੜਾ ਹੈ ਉਹ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਕਿ ਇੰਨੇ ਸਾਲ ਬੀਤਣ ਦੇ ਬਾਵਜੂਦ ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਜਿਹੜੀ ਹੈ ਉਹ ਨਹੀਂ ਹੋ ਸਕੀ। ਕੈਮਰਾ ਪਰਸਨ ਜਗਦੀਸ਼ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ।